ਮੇਰੇ ਛੋਟੇ ਛੋਟੇ ਬੱਚੇ ਸਨ। ਮੈਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ, ਇਸ ਲਈ ਮੈਂ ਮਰਦ ਦਾ ਭੇਸ਼ ਬਦਲ ਕੇ ਡਰਾਈਵਰ ਦੀ ਨੌਕਰੀ ਕਰਨ ਲੱਗੀ। ਮੇਰਾ ਬੌਸ ਬਹੁਤ ਚੰਗਾ ਸੀ, ਹਰ ਰੋਜ਼ ਮੇਰੇ ਨਾਲ ਰਸਤੇ ਵਿੱਚ ਗੱਲਾਂ ਕਰਦਾ ਸੀ। ਇੱਕ ਦਿਨ ਗੱਲਾਂ ਵਿੱਚ ਮੈਨੂੰ ਕਿਹਾ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ। ਤਾਂ ਮੈਂ ਕਿਹਾ ਕਿ ਇਹ ਬਹੁਤ ਵਧੀਆ ਹੈ, ਤੁਸੀਂ ਬਹੁਤ ਜਵਾਨ, ਸੁੰਦਰ ਅਤੇ ਅਮੀਰ ਹੋ, ਤੁਹਾਡੇ ਨਾਲ ਤਾਂ ਕੋਈ ਵੀ ਕੁੜੀ ਵਿਆਹ ਕਰਨ ਲਈ ਤਿਆਰ ਹੋ ਜਾਵੇਗੀ। ਪਰ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਸਨੇ ਮੇਰੀ ਹੀ ਤਸਵੀਰ। ਮੇਰਾ ਨਾਮ ਸ਼ਾਲਿਨੀ ਹੈ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਮੈਨੂੰ ਪੜ੍ਹਨ ਲਿਖਣ ਦਾ ਕੋਈ ਖਾਸ ਸ਼ੌਂਕ ਨਹੀਂ ਸੀ, ਇਸੇ ਲਈ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਮੈਂ ਇੱਕ ਅਮੀਰ ਘਰ ਦੀ ਕੁੜੀ ਸੀ। ਮੇਰੇ ਪਿਤਾ ਜੀ 2 ਭਰਾ ਅਤੇ ਇੱਕ ਭੈਣ ਸੀ। ਸ਼ੁਰੂ ਤੋਂ ਹੀ ਮੇਰੇ ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਝਗੜੇ ਹੁੰਦੇ ਸਨ। ਪਿਤਾ ਜੀ ਸਾਰਾ ਦਿਨ ਕਚਹਿਰੀਆਂ ਦੇ ਚੱਕਰ ਕੱਟਦੇ ਰਹਿੰਦੇ ਸੀ, ਕਿਉਂਕਿ ਮੇਰੇ ਚਾਚਾ ਜੀ ਅਤੇ ਵੱਡੇ ਪਿਤਾ ਜੀ ਦੋਵੇਂ ਸਾਡੇ ਹਿੱਸੇ ਦੀ ਜਾਇਦਾਦ ਹੜਪਣਾ ਚਾਹੁੰਦੇ ਸੀ। ਮੇਰਾ ਸਮਾਂ ਇਸ ਤਰ੍ਹਾਂ ਬੀਤ ਰਿਹਾ ਸੀ। ਇੱਕ ਦਿਨ ਮੈਨੂੰ ਖਬਰ ਮਿਲੀ ਕਿ ਮੇਰੀ ਸਭ ਤੋਂ ਚੰਗੀ ਦੋਸਤ ਮਾਨਸੀ ਦਾ ਵਿਆਹ ਹੋ ਰਿਹਾ ਹੈ। ਮਾਨਸੀ ਦੇ ਪਰਿਵਾਰ ਵਾਲੇ ਬਹੁਤ ਅਮੀਰ ਸਨ। ਮਾਨਸੀ ਨੇ ਮੈਨੂੰ ਆਪਣੇ ਹਰ ਫੰਕਸ਼ਨ 'ਤੇ ਬੁਲਾਇਆ ਸੀ। ਜਦੋਂ ਮੈਂ ਉਸ ਦੇ ਮਹਿੰਦੀ ਦੇ ਫੰਕਸ਼ਨ ਵਿੱਚ ਗਈ ਤਾਂ ਘਰ ਪਹੁੰਚਦਿਆਂ ਦੇਰ ਹੋ ਗਈ ਸੀ। ਰਸਤੇ ਵਿੱਚ ਤੇਜ਼ ਰਫ਼ਤਾਰ ਨਾਲ ਲੰਘ ਰਹੀ ਇੱਕ ਕਾਰ ਮੇਰੇ ਨੇੜੇ ਆ ਕੇ ਰੁਕੀ ਅਤੇ ਕਿਸੇ ਨੇ ਮੇਰੇ ਚਿਹਰੇ 'ਤੇ ਕੱਪੜਾ ਪਾ ਦਿੱਤਾ ਅਤੇ ਮੈਂ ਬੇਹੋਸ਼ ਹੋ ਗਈ। ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਆਪਣੇ ਆਪ ਨੂੰ ਇੱਕ ਕੋਠੜੀ ਵਿੱਚ ਪਾਇਆ, ਜਿੱਥੇ ਕੁਝ ਲੜਕੀਆਂ ਪਹਿਲਾਂ ਹੀ ਮੌਜੂਦ ਸਨ। ਇਹ ਇੱਕ ਵੱਡਾ ਕਮਰਾ ਸੀ, ਜਿਸ ਨੂੰ ਸਮਝਣ ਵਿੱਚ ਮੈਨੂੰ ਦੇਰ ਨਹੀਂ ਲੱਗੀ ਕਿ ਇਹ ਇੱਕ ਜੇਲ੍ਹ ਹੈ। ਇੱਥੇ ਛੋਟੇ ਛੋਟੇ ਬੱਚੇ ਵੀ ਕੈਦ ਸਨ ਅਤੇ ਕੁਝ ਨੌਜਵਾਨ ਕੁੜੀਆਂ ਵੀ ਸਨ, ਜਿਨ੍ਹਾਂ ਤੋਂ ਕਲੱਬ ਵਿੱਚ ਡਾਂਸ ਕਰਵਾਇਆ ਜਾਂਦਾ ਸੀ ਅਤੇ ਕੁਝ ਨੂੰ ਤਾਂ ਕੋਠੇ 'ਤੇ ਵੇਚ ਦਿੱਤਾ ਜਾਂਦਾ ਸੀ। ਇਸ ਗਰੋਹ ਨਾਲ ਪੁਲਿਸ ਵੀ ਸ਼ਾਮਲ ਸੀ। ਇੱਕ ਮੁੰਡਾ ਮੇਰੇ ਵੱਲ ਦੇਖ ਕੇ ਮੁਸਕਰਾਇਆ। ਉਸ ਨੇ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਉਹ ਮੇਰੇ ਵੱਲ ਘੂਰਦਾ ਰਿਹਾ। ਮੈਂ ਡਰਦੇ ਮਾਰੇ ਇੱਕ ਕੁੜੀ ਦਾ ਹੱਥ ਫੜਿਆ ਅਤੇ ਉਸ ਨੂੰ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇੱਥੋਂ ਨਿਕਲਣਾ ਹੋਵੇਗਾ। ਮੈਂ ਡਰ ਨਾਲ ਕੰਬ ਰਹੀ ਸੀ। ਮੈਨੂੰ ਨਾਲ ਆਪਣੇ ਮਾਤਾ ਪਿਤਾ ਦੀ ਵੀ ਚਿੰਤਾ ਹੋ ਰਹੀ ਸੀ। ਮੇਰੇ ਬਾਝੋਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੋਵੇਗਾ। ਸਾਰੀਆਂ ਕੁੜੀਆਂ ਰੋ ਰਹੀਆਂ ਸਨ ਅਤੇ ਬੱਚੇ ਵੀ ਬੇਹੋਸ਼ ਹੋ ਕੇ ਰੋ ਰਹੇ ਸਨ। ਮੈਂ ਇੱਕ ਬੱਚੇ ਦੇ ਕੋਲ ਬੈਠ ਗਈ। ਮੈਨੂੰ ਉਹ ਬੱਚਾ ਬਹੁਤ ਪਸੰਦ ਆਇਆ। ਮੈਨੂੰ ਉਸ ਬੱਚੇ 'ਤੇ ਤਰਸ ਆ ਰਿਹਾ ਸੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਗੁੱਸੇ ਨਾਲ ਜ਼ਮੀਨ ਨੂੰ ਘੂਰ ਰਿਹਾ ਸੀ ਅਤੇ ਸੋਚ ਰਿਹਾ ਹੈ ਕਿ ਕਿਸੇ ਤਰ੍ਹਾਂ ਮੈਨੂੰ ਇੱਥੋਂ ਨਿਕਲਣ ਦਾ ਰਸਤਾ ਮਿਲ ਜਾਵੇ। ਮੈਂ ਪਿਆਰ ਨਾਲ ਉਸ ਬੱਚੇ ਦੇ ਸਿਰ 'ਤੇ ਹੱਥ ਮਾਰਦਿਆਂ ਕਿਹਾ, ਤੁਸੀਂ ਇਹਨਾਂ ਜ਼ਾਲਮਾਂ ਦੇ ਹੱਥ ਕਿੱਥੋਂ ਆ ਗਏ? ਮੇਰੇ ਸਵਾਲ ਪੁੱਛਦੇ ਹੀ ਉਹ ਬੱਚਾ ਰੋਣ ਲੱਗ ਪਿਆ। ਫਿਰ ਕੁਝ ਲੋਕ ਉੱਥੇ ਆ ਗਏ ਅਤੇ ਸਾਰਿਆਂ ਨੂੰ ਭੇਡਾਂ ਬੱਕਰੀਆਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮਾਰਦੇ ਹੋਏ ਕਹਿ ਰਹੇ ਸਨ ਕਿ ਚਲੋ ਤੁਹਾਨੂੰ ਕਿਤੇ ਹੋਰ ਲੈ ਕੇ ਜਾਂਦੇ ਹਾਂ। ਇੱਥੇ ਕਰੀਬ 50 ਲੋਕ ਹੀ ਕੈਦ ਸੀ ਅਤੇ ਇਹ 50 ਲੋਕਾਂ ਨੂੰ ਕਿਤੇ ਹੋਰ ਸ਼ਿਫਟ ਕਰਨਾ ਸੀ। ਇਸ ਹਨੇਰੀ ਜੇਲ੍ਹ ਵਿੱਚ ਸੂਰਜ ਨੂੰ ਵੇਖੇ ਕਈ ਦਿਨ ਹੋ ਗਏ ਸਨ। ਪਤਾ ਨਹੀਂ ਕਦੋਂ ਸਵੇਰ ਹੁੰਦੀ ਅਤੇ ਕਦੋਂ ਸ਼ਾਮ ਹੁੰਦੀ। ਇੱਥੇ ਮੌਜੂਦ ਕੁਝ ਲੋਕਾਂ ਤੋਂ ਨਸ਼ੇ ਸਪਲਾਈ ਦਾ ਕੰਮ ਵੀ ਲਿਆ ਜਾਂਦਾ ਸੀ। ਹੁਣ ਮੈਨੂੰ ਇਸ ਦਿਨ ਦਾ ਡਰ ਸੀ ਜਿਸ ਦਿਨ ਇਹ ਲੋਕ ਮੈਨੂੰ ਇਸ ਘਿਨੌਣੇ ਕੰਮ ਵਿੱਚ ਲਗਾ ਦਿੰਦੇ। ਅਕਸਰ ਉਹੀ ਹੁੰਦਾ ਹੈ ਜਿਨ੍ਹਾਂ ਤੋਂ ਅਸੀਂ ਡਰਦੇ ਹਾਂ। ਹੁਣ ਇਹ ਲੋਕ ਇੱਥੇ ਮੌਜੂਦ ਸਾਰੇ ਲੋਕਾਂ ਨੂੰ ਨਸ਼ਾ ਕਰਾ ਰਹੇ ਸੀ। ਇੱਕ ਦਿਨ ਮੈਨੂੰ ਵੀ ਦੂਜੇ ਕਮਰੇ ਵਿੱਚ ਲੈ ਗਏ ਅਤੇ ਇੱਕ ਲੜਕੇ ਨੇ ਮੈਨੂੰ ਟੀਕਾ ਲਗਾਇਆ। ਹੁਣ ਇਹ ਹਰ ਰੋਜ਼ ਹੁੰਦਾ ਸੀ ਅਤੇ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਕਦੋਂ ਇਸ ਨਸ਼ੇ ਦੀ ਆਦੀ ਹੋ ਗਈ। ਫਿਰ ਮੈਂ ਉਸ ਮੁੰਡੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਜਿਸ ਨੇ ਟੀਕੇ ਲਗਾਏ ਸਨ ਅਤੇ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਉਸ ਨਾਲ ਸਾਂਝੀਆਂ ਕੀਤੀਆਂ ਅਤੇ ਬਹੁਤ ਰੋਈ ਕਿ ਇਸ ਹਾਦਸੇ ਤੋਂ ਬਾਅਦ ਮੇਰੇ ਮਾਤਾ ਪਿਤਾ ਜਿਉਂਦੇ ਜੀ ਮਰ ਗਏ ਹੋਣਗੇ। ਪਤਾ ਨਹੀਂ ਲੋਕਾਂ ਨੇ ਮੇਰੇ ਮਾਪਿਆਂ ਨੂੰ ਕੀ ਸੁਣਾਇਆ ਹੋਵੇਗਾ। ਇਸ ਲੜਕੇ ਦਾ ਨਾਂ ਰੋਹਿਤ ਸੀ। ਮੇਰੇ ਨਾਲ ਉਸ ਨੇ ਵਾਅਦਾ ਕੀਤਾ ਸੀ ਕਿ ਮੈਂ ਇੱਕ ਦਿਨ ਤੈਨੂੰ ਇੱਥੋਂ ਕੱਢਾਂਗਾ, ਪਰ ਇਸ ਤੋਂ ਪਹਿਲਾਂ ਹੀ ਕਿਸੇ ਨੇ ਲੜਕੇ ਨੂੰ ਪੁਲਿਸ ਹਵਾਲੇ ਕਰ ਦਿੱਤਾ। ਕਹਿੰਦੇ ਹਨ ਕਿ ਮਾੜਾ ਸਮਾਂ ਲੰਘ ਹੀ ਜਾਂਦਾ ਹੈ, ਪਰ ਜਿਸ ਤੇ ਗੁਜ਼ਰ ਰਹੀ ਹੁੰਦੀ ਆ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਮਾੜਾ ਸਮਾਂ ਕਿਵੇਂ ਬੀਤਿਆ। ਸਾਡੀ ਨਿਗਰਾਨੀ ਤੇ ਇੱਕ ਬੰਦਾ ਰੱਖਿਆ ਹੋਇਆ ਸੀ। ਇੱਕ ਦਿਨ ਅਚਾਨਕ ਉਸ ਨੂੰ ਚੱਕਰ ਆਇਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਅਸੀਂ ਸਾਰਿਆਂ ਨੇ ਇਸ ਮੌਕੇ ਦਾ ਫਾਇਦਾ ਉਠਾਇਆ
ਅਤੇ ਉੱਥੋਂ ਭੱਜ ਗਈ। ਉਸ ਦਿਨ ਮੈਨੂੰ ਪਤਾ ਲੱਗਾ ਕਿ ਆਜ਼ਾਦੀ ਕੀ ਹੁੰਦੀ ਹੈ। ਆਪਣੀ ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਹੈ। ਅਸੀਂ ਸਾਰੇ ਅਣਵਿਆਹ ਭੱਜ ਰਹੇ ਸੀ। ਕੁਝ ਲੋਕਾਂ ਨੂੰ ਗੋਲੀਆਂ ਲੱਗੀਆਂ ਅਤੇ ਕੁਝ ਭਗਦੜ ਵਿੱਚ ਜ਼ਖਮੀ ਹੋ ਗਏ। ਮੈਂ ਇੰਨੀ ਜ਼ੋਰ ਨਾਲ ਜ਼ਮੀਨ 'ਤੇ ਡਿੱਗੀ ਕਿ ਮੇਰੀ ਬਾਂਹ ਟੁੱਟ ਗਈ। ਪਰ ਇਸ ਸਮੇਂ ਇਸ ਤਕਲੀਫ ਤੋਂ ਵੱਧ ਇਹੀ ਸੋਚ ਸੀ ਕਿ ਕੁਝ ਵੀ ਕਰਕੇ ਇੱਥੋਂ ਭੱਜ ਜਾਣਾ ਹੈ, ਨਹੀਂ ਤਾਂ ਮੈਂ ਸਾਰੀ ਉਮਰ ਉਹਨਾਂ ਦੀ ਕੈਦ ਵਿੱਚ ਰਹੂੰਗੀ। ਇਹ ਇੱਕ ਸੁੰਨਸਾਨ ਰਸਤਾ ਸੀ। ਸੜਕ ਦੇ ਨਾਲ ਸੰਘਣਾ ਜੰਗਲ ਸੀ। ਮੈਂ ਇਸ ਜੰਗਲ ਵਿੱਚ ਵੜ ਗਈ ਅਤੇ ਆਪਣੀ ਜਾਨ ਬਚਾ ਕੇ ਬੜੀ ਮੁਸ਼ਕਲ ਨਾਲ ਬਾਹਰ ਆਈ। ਰਾਤ ਹੋ ਚੁੱਕੀ ਸੀ। ਰੋਡ 'ਤੇ ਆ ਰਹੇ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਰਾਤ ਦੇ ਇਸ ਸਮੇਂ ਕੋਈ ਵੀ ਲਿਫਟ ਦੇਣ ਨੂੰ ਤਿਆਰ ਨਹੀਂ ਸੀ। ਮੈਂ ਉੱਥੋਂ ਤੁਰਨ ਲੱਗੀ, ਪਰ 2 ਦਿਨ ਤੋਂ ਭੁੱਖ ਅਤੇ ਨਸ਼ੇ ਦੀ ਆਦਤ ਕਾਰਨ ਮੇਰੇ ਲਈ ਤੁਰਨਾ ਮੁਸ਼ਕਲ ਹੋ ਗਿਆ ਸੀ। ਕੁਝ ਦੂਰ ਭੱਜਣ ਤੋਂ ਬਾਅਦ ਮੈਂ ਉੱਥੇ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਜਦੋਂ ਮੈਂ ਅੱਖ ਖੋਲ੍ਹੀ ਤਾਂ ਹਸਪਤਾਲ ਦਾ ਵਾਰਡ ਸੀ। ਉੱਥੇ ਇੱਕ ਡਾਕਟਰ ਅਤੇ 2 ਪੁਲਿਸ ਵਾਲੇ ਮੇਰੇ ਕੋਲ ਖੜੇ ਸੀ। ਜਿਵੇਂ ਹੀ ਮੈਨੂੰ ਹੋਸ਼ ਆਇਆ ਤਾਂ ਪੁਲਿਸ ਨੇ ਮੇਰੇ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਮੈਨੂੰ ਡਰ ਸੀ ਕਿ ਕਿਤੇ ਮੈਂ ਫਿਰ ਤੋਂ ਉਸੇ ਮੁਸੀਬਤ ਵਿੱਚ ਫਸ ਨਾ ਜਾਵਾਂ, ਇਸ ਲਈ ਮੁੱਕਰ ਜਾਣਾ ਹੀ ਬਿਹਤਰ ਸੀ। ਲੋਕਾਂ ਨੇ ਮੇਰੇ ਘਰ ਦਾ ਪਤਾ ਲਿਆ ਅਤੇ ਮੈਂ ਦੇਖਿਆ ਕਿ ਮੇਰੀ ਮਾਂ ਮੇਰੇ ਸਾਹਮਣੇ ਖੜੀ ਹੈ। ਮੈਨੂੰ ਦੇਖ ਕੇ ਉਹ ਚੀਕਣ ਲੱਗ ਪਈ। ਲੋਕਾਂ ਨੇ ਦੱਸਿਆ ਕਿ ਮੇਰੀ ਮਾਂ ਅੱਜ 6 ਮਹੀਨਿਆਂ ਬਾਅਦ ਬੋਲੀ ਹੈ। ਜਦੋਂ ਮੈਨੂੰ ਅਗਵਾ ਕੀਤਾ ਗਿਆ ਤਾਂ ਲੋਕ ਮੇਰੇ ਮਾਤਾ-ਪਿਤਾ ਨੂੰ ਤਾਨੇ ਮਾਰਨ ਲੱਗੇ ਕਿ ਤੇਰੀ ਧੀ ਬਦਚਲਣ ਸੀ, ਇਸੇ ਲਈ ਘਰੋਂ ਭੱਜ ਗਈ। ਮੇਰੇ ਪਿਤਾ ਜੀ ਇਹ ਸਭ ਬਰਦਾਸ਼ਤ ਨਾ ਕਰ ਸਕੇ ਅਤੇ ਫਿਰ ਇੱਕ ਦਿਨ ਉਹ ਇਸ ਦੁਨੀਆ ਤੋਂ ਚਲੇ ਗਏ। ਮੇਰੀ ਮਾਂ ਆਪਣੀ ਧੀ ਅਤੇ ਪਤੀ ਦੇ ਦੁੱਖ ਕਾਰਨ ਮਾਨਸਿਕ ਤੌਰ 'ਤੇ ਬਿਮਾਰ ਹੋ ਗਈ ਸੀ ਅਤੇ ਅੱਜ ਜਦੋਂ ਉਸਨੇ ਮੈਨੂੰ ਦੇਖਿਆ ਤਾਂ ਉਹ ਰੋਣ ਲੱਗ ਪਈ। 2 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਜਦੋਂ ਮੈਂ ਘਰ ਆਈ ਤਾਂ ਪਤਾ ਲੱਗਾ ਕਿ ਇਹ ਸਮਾਜ ਘਰੋਂ ਭੱਜਣ ਵਾਲੀਆਂ ਕੁੜੀਆਂ ਤਾਂ ਯਾਦ ਰੱਖਦਾ ਹੈ, ਪਰ ਇਹ ਨਜ਼ਰ ਕਿਉਂ ਨਹੀਂ ਆਉਂਦਾ ਕਿ ਉਸ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਹਰ ਕੋਈ ਐਨਕਾਂ ਲਾ ਕੇ ਬੈਠਾ ਸੀ ਅਤੇ ਹਰ ਕੋਈ ਆਪਣੀ ਸੋਚ ਅਨੁਸਾਰ ਦੂਜਿਆਂ 'ਤੇ ਬੋਲਣਾ ਸ਼ੁਰੂ ਕਰ ਦਿੰਦੇ ਹੈ। ਜਿਵੇਂ ਹੀ ਮੈਂ ਘਰ ਆਈ ਤਾਂ ਆਂਢ ਗੁਆਂਢ ਦੇ ਲੋਕ ਮੇਰੇ ਘਰ ਇਕੱਠੇ ਹੋ ਗਏ ਅਤੇ ਮੇਰੇ ਉੱਤੇ ਸਵਾਲਾਂ ਦੀ ਬਾਰਿਸ਼ ਹੋਣ ਲੱਗੀ। ਉਹ ਮੁੰਡਾ ਕੌਣ ਹੈ ਜਿਸ ਨਾਲ ਤੁਸੀਂ ਭੱਜ ਗਏ ਸੀ? ਤੁਸੀਂ ਆਪਣੇ ਮਾਪਿਆਂ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ? ਤੇਰੇ ਕਰਕੇ ਤੇਰੇ ਪਿਤਾ ਜੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਇਸ ਲਈ ਮੈਂ ਚੁੱਪ ਹੋ ਗਈ। ਲੋਕਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੀ ਇਸ ਬਦਲ ਚੱਲਣ ਧੀ ਨੂੰ ਘਰ ਵਿੱਚ ਰੱਖਿਆ ਤਾਂ ਤੁਹਾਨੂੰ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਜਦੋਂ ਮੇਰੀ ਮਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹਨਾਂ ਨੇ ਵੀ ਕਿਸੇ ਨੂੰ ਕੁਝ ਕਹਿਣਾ ਸਹੀ ਨਹੀਂ ਸਮਝਿਆ, ਕਿਉਂਕਿ ਉਹ ਜਾਣਦੇ ਸਨ ਕਿ ਕੋਈ ਸਾਡੀ ਗੱਲ ਨਹੀਂ ਸੁਣੇਗਾ। ਇਸ ਲਈ ਉਸਨੇ ਉਸੇ ਟਾਈਮ ਮੇਰਾ ਹੱਥ ਫੜਿਆ ਅਤੇ ਪਿੰਡ ਛੱਡ ਕੇ ਸ਼ਹਿਰ ਚਲੀ ਗਈ। ਮੇਰੀ ਮਾਂ ਦੀ ਇੱਕ ਪੁਰਾਣੀ ਦੋਸਤ ਸ਼ਹਿਰ ਵਿੱਚ ਰਹਿੰਦੀ ਸੀ। ਅਸੀਂ ਰਾਤ 10 ਵਜੇ ਉਸਦੇ ਘਰ ਪਹੁੰਚ ਗਏ। ਅਚਾਨਕ ਸਾਨੂੰ ਆਪਣੇ ਘਰ ਦੇਖ ਕੇ ਮੇਰੀ ਮਾਂ ਦੀ ਸਹੇਲੀ ਸਵੀਤਾ ਆਂਟੀ ਡਰ ਗਈ। ਉਹਨਾਂ ਨੇ ਸਾਨੂੰ ਘਰ ਦੇ ਅੰਦਰ ਆਉਣ ਲਈ ਕਿਹਾ ਅਤੇ ਇੱਕ ਕਮਰੇ ਵਿੱਚ ਬਿਠਾ ਦਿੱਤਾ। ਅਜੇ ਅਸੀਂ ਸਾਰੇ ਗੱਲਾਂ ਹੀ ਕਰ ਰਹੇ ਸੀ ਤਾਂ ਮੈਂ ਦੇਖਿਆ ਕਿ ਸਵੀਤਾ ਆਂਟੀ ਦਾ ਇੱਕ ਬੇਟਾ ਸੀ ਜੋ ਪਾਗਲ ਸੀ। ਉਹ ਸਾਡੇ ਕੋਲ ਆਇਆ ਅਤੇ ਮੇਰੇ ਨਾਲ ਗੱਲਾਂ ਕਰਨ ਲੱਗਾ ਕਿ ਤੁਸੀਂ ਆ ਕੇ ਮੇਰੇ ਨਾਲ ਖੇਡੋ। ਸਵੀਤਾ ਆਂਟੀ ਦਾ ਬੇਟਾ ਅਤੁਲ ਕਰੀਬ 23 ਸਾਲਾਂ ਦਾ ਸੀ, ਪਰ ਉਹ ਬੱਚੇ ਵਾਂਗ ਵਿਹਾਰ ਕਰਦਾ ਸੀ। ਉਸ ਦੀ ਜਿੱਦ ਕਰਕੇ ਮਾਂ ਨੇ ਕਿਹਾ ਕਿ ਜਾਓ, ਉਸ ਦਾ ਕਹਿਣਾ ਮੰਨੋ, ਨਹੀਂ ਤਾਂ ਉਹ ਸਾਨੂੰ ਪਰੇਸ਼ਾਨ ਕਰੇਗਾ। ਮੇਰੀ ਮਾਂ ਦੀ ਸਹੇਲੀ ਸਵੀਤਾ ਆਂਟੀ ਨੇ ਦੱਸਿਆ ਕਿ ਉਸ ਦਾ ਪੁੱਤਰ ਬਹੁਤ ਹੀ ਪੜ੍ਹਿਆ ਲਿਖਿਆ ਵਿਅਕਤੀ ਸੀ। ਉਹ ਆਪਣੇ ਕਾਲਜ ਦਾ ਬੈਸਟ ਖਿਡਾਰੀ ਸੀ। ਇੱਕ ਵਾਰ ਮੈਚ ਖੇਡਦੇ ਹੋਏ ਇੱਕ ਖਿਡਾਰੀ ਨੇ ਇੱਕ ਭਾਰੀ ਚੀਜ਼ ਉਸਦੇ ਸਿਰ ਉੱਤੇ ਮਾਰੀ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਪੂਰਾ ਮਹੀਨਾ ਹਸਪਤਾਲ ਵਿੱਚ ਰਿਹਾ। ਉਸ ਦੀ ਹਾਲਤ ਵਿੱਚ ਸੁਧਾਰ ਹੋਇਆ, ਪਰ ਦਿਮਾਗ ਦਾ ਇੱਕ ਹਿੱਸਾ ਖਰਾਬ ਹੋ ਗਿਆ, ਜਿਸ ਕਾਰਨ ਉਹ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਅਸੀਂ ਮਾਂ ਧੀ ਸਵੀਤਾ ਆਂਟੀ ਦੇ ਘਰ ਰਹਿਣ ਲੱਗ ਪਏ। ਅਤੁਲ ਸਾਰਾ ਦਿਨ ਆਪਣੇ ਕਮਰੇ 'ਚ ਪਿਆ ਰਹਿੰਦਾ ਜਾਂ ਆਪਣੀ ਮਾਂ ਤੋਂ ਜਿੱਦ ਕਰਕੇ ਆਪਣੀ ਗੱਲ ਮਨਵਾਉਂਦਾ। ਅਤੁਲ ਮੇਰੇ ਨਾਲ ਘੁਲ ਮਿਲ ਗਿਆ ਸੀ। ਮੇਰੇ ਆਉਣ ਨਾਲ ਉਸ ਨੂੰ ਚੰਗਾ ਦੋਸਤ ਮਿਲ ਗਿਆ ਸੀ। ਉਹ ਮੇਰੇ ਨਾਲ ਬਹੁਤ ਗੱਲਾਂ ਕਰਦਾ ਸੀ। ਹੌਲੀ ਹੌਲੀ ਸਾਡਾ ਚੰਗਾ ਸਮਾਂ ਲੰਘਣ ਲੱਗਾ। ਸਵੀਤਾ ਆਂਟੀ ਸਾਡੀ ਬਹੁਤ ਕਰਜ਼ਦਾਰ ਹੈ, ਕਿਉਂਕਿ ਉਸਨੇ ਇਸ ਮੁਸ਼ਕਲ ਸਮੇਂ ਦੌਰਾਨ ਸਾਨੂੰ ਆਪਣੇ ਘਰ ਵਿੱਚ ਥਾਂ ਦਿੱਤੀ।
ਇਹ ਸਾਡੇ ਲਈ ਕਾਫੀ ਸੀ। ਮੇਰੀ ਮਾਂ ਨੇ ਆਪਣੀ ਦੋਸਤ ਨਾਲ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਸੀ ਅਤੇ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਸੀ। ਅਤੁਲ ਦੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਸੀ। ਉਹਨਾਂ ਦੇ ਘਰ ਸਿਰਫ ਸਵੀਤਾ ਆਂਟੀ ਅਤੇ ਅਤੁਲ ਰਹਿੰਦੇ ਸਨ। ਕੁਝ ਦਿਨਾਂ ਬਾਅਦ ਮੇਰੀ ਮਾਂ ਦੀ ਦੋਸਤ ਸਵੀਤਾ ਨੇ ਮੇਰੀ ਮਾਂ ਨੂੰ ਅਜੀਬ ਜਿਹੀ ਬੇਨਤੀ ਕੀਤੀ। ਉਹ ਅਤੁਲ ਦਾ ਵਿਆਹ ਮੇਰੇ ਨਾਲ ਕਰਵਾਉਣਾ ਚਾਹੁੰਦੀ ਹੈ। ਮਾਂ ਨੇ ਸਵੀਤਾ ਆਂਟੀ ਨੂੰ ਕਿਹਾ, ਆਪਣੇ ਘਰ ਵਿੱਚ ਥਾਂ ਦੇਣ ਲਈ ਇੰਨੀ ਵੱਡੀ ਕੀਮਤ ਨਾ ਮੰਗੋ। ਪਰ ਮੇਰੀ ਮਾਂ ਦੀ ਸਹੇਲੀ ਸਵੀਤਾ ਆਂਟੀ ਨੇ ਇੱਕ ਸ਼ਰਤ ਰੱਖੀ, ਜਾਂ ਤਾਂ ਮੇਰੇ ਪੁੱਤਰ ਨਾਲ ਵਿਆਹ ਕਰ ਲਓ ਜਾਂ ਤੁਸੀਂ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰ ਲਓ। ਸਵੀਤਾ ਆਂਟੀ ਦੀ ਇਹ ਸ਼ਰਤ ਸੁਣ ਕੇ ਹੁਣ ਤਾਂ ਆਪਣੀ ਰੂਹ ਤੋਂ ਵੀ ਵਿਸ਼ਵਾਸ ਉੱਠ ਗਿਆ ਸੀ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਜੋ ਮਰਜ਼ੀ ਹੋ ਜਾਵੇ, ਮੈਂ ਤੇਰਾ ਅਤੁਲ ਨਾਲ ਵਿਆਹ ਨਹੀਂ ਹੋਣ ਦਿਆਂਗੀ, ਕਿਉਂਕਿ ਉਹ ਪਾਗਲ ਹੈ। ਅਸੀਂ ਇੱਥੋਂ ਦੂਰ ਕਿਤੇ ਚਲੇ ਜਾਵਾਂਗੇ। ਪਰ ਪਤਾ ਨਹੀਂ ਕਿਉਂ ਅਤੁਲ ਕੋਲ ਰਹਿੰਦੇ ਰਹਿੰਦੇ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਉਹ ਜੋ ਵੀ ਸੀ, ਮੈਂ ਉਸ ਨੂੰ ਪਸੰਦ ਕਰਨ ਲੱਗ ਗਈ ਸੀ। ਮੈਂ ਮਾਂ ਨੂੰ ਸਮਝਾਇਆ, ਮਾਂ, ਜੇ ਅਸੀਂ ਹੁਣ ਇੱਥੋਂ ਨਿਕਲ ਗਏ ਤਾਂ ਕਿੱਥੇ ਜਾਵਾਂਗੇ? ਆਪਣਾ ਤਾਂ ਕੋਈ ਠਿਕਾਣਾ ਵੀ ਨਹੀਂ ਹੈ। ਇਸ ਲਈ ਬਿਹਤਰ ਹੋਵੇਗਾ ਜੇਕਰ ਅਸੀਂ ਸਵੀਤਾ ਆਂਟੀ ਦੀ ਗੱਲ ਮੰਨ ਲੈ। ਮੇਰਾ ਇਹ ਫੈਸਲਾ ਸੁਣ ਕੇ ਮਾਂ ਰੋਣ ਲੱਗ ਗਈ ਅਤੇ ਕਹਿਣ ਲੱਗੀ ਕਿ ਮੇਰੀ ਇੱਕ ਹੀ ਧੀ ਹੈ ਤੇ ਉਹ ਕਿਹੋ ਜਿਹੀ ਕਿਸਮਤ ਲੈ ਕੇ ਆਈ ਹੈ। ਅਸੀਂ ਦੋਵੇਂ ਮਾਂ ਧੀ ਕਾਫੀ ਦੇਰ ਤੱਕ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਂਦੇ ਰਹੇ ਅਤੇ ਕੁਝ ਦਿਨ ਬਾਅਦ ਮੇਰਾ ਵਿਆਹ ਅਤੁਲ ਨਾਲ ਹੋ ਗਿਆ। ਮੇਰੇ ਵਿਆਹ ਤੇ ਮੇਰੀ ਮਾਂ ਬਹੁਤ ਰੋਈ, ਪਰ ਮੈਂ ਕੀ ਕਰਦੀ? ਸਾਡੀ ਬੇਵਸੀ ਨੇ ਮੈਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ। ਮੇਰੇ ਦਿਨ ਇਸ ਤਰ੍ਹਾਂ ਲੰਘਣ ਲੱਗੇ। ਅਤੁਲ ਮੈਨੂੰ ਆਪਣਾ ਦੋਸਤ ਸਮਝਦਾ ਸੀ, ਪਰ ਪਤਨੀ ਦਾ ਕੀ ਮਤਲਬ ਹੈ ਉਸ ਨੂੰ ਬਿਲਕੁਲ ਪਤਾ ਨਹੀਂ ਸੀ। ਇੱਕ ਦਿਨ ਬਿਖਾਰਨ ਮੇਰੇ ਦਰਵਾਜ਼ੇ ਤੇ ਆ ਕੇ ਕਹਿਣ ਲੱਗੀ, ਮੈਨੂੰ ਬਹੁਤ ਸਾਰਾ ਭੋਜਨ ਖਵਾ, ਤੁਹਾਡੀ ਹਰ ਇੱਛਾ ਪੂਰੀ ਹੋਵੇਗੀ। ਉਸ ਦੀ ਗੱਲ ਸੁਣ ਕੇ ਮੈਂ ਹੱਸ ਪਈ ਕਿ ਮੇਰੀ ਕਿਸਮਤ ਵਿੱਚ ਮੇਰਾ ਪਾਗਲ ਪਤੀ ਹੈ। ਇਸ ਤੋਂ ਵੱਡਾ ਦੁੱਖ ਮੇਰੀ ਜ਼ਿੰਦਗੀ ਵਿੱਚ ਕੀ ਹੋ ਸਕਦਾ ਹੈ। ਜਦੋਂ ਮੈਂ ਉਸ ਭਿਖਾਰੀ ਨੂੰ ਖਾਣਾ ਖਵਾਇਆ ਤਾਂ ਉਸਨੇ ਕਿਹਾ, ਜਾ ਬੇਟੀ, ਤੇਰਾ ਪਤੀ ਤੈਨੂੰ ਬਹੁਤ ਪਿਆਰ ਕਰੇਗਾ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਮੇਰਾ ਪਾਗਲ ਪਤੀ ਮੈਨੂੰ ਕਿਵੇਂ ਪਿਆਰ ਕਰ ਸਕਦਾ ਹੈ? ਪਰ ਕਿਹਾ ਜਾਂਦਾ ਹੈ ਕਿ ਅਰਦਾਸ ਕਿਸਮਤ ਬਦਲ ਦਿੰਦੀ ਹੈ। ਮੇਰੀ ਜ਼ਿੰਦਗੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ। ਕੁਝ ਦਿਨਾਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਅਤੁਲ ਦੀ ਹਾਲਤ ਦਿਨੋਂ ਦਿਨ ਸੁਧਰਨ ਲੱਗੀ। ਅਤੁਲ ਦੀ ਹਾਲਤ 'ਚ ਸੁਧਾਰ ਦੇਖ ਕੇ ਅਸੀਂ ਉਸ ਦਾ ਇਲਾਜ ਦੁਬਾਰਾ ਸ਼ੁਰੂ ਕਰ ਦਿੱਤਾ। ਇਸ ਵਾਰ ਡਾਕਟਰ ਨੂੰ ਵੀ ਆਸ ਸੀ ਕਿ ਅਤੁਲ ਜਲਦੀ ਠੀਕ ਹੋ ਜਾਵੇਗਾ। ਮੇਰਾ ਸਾਰਾ ਦਿਨ ਅਤੁਲ ਦੀ ਦੇਖਭਾਲ ਕਰਨ ਵਿੱਚ ਬੀਤ ਜਾਂਦਾ ਸੀ, ਪਰ ਮੇਰੀ ਮਿਹਨਤ ਰੰਗ ਲਿਆਈ ਅਤੇ ਅਤੁਲ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ। ਹੁਣ ਉਹ ਪਹਿਲਾਂ ਨਾਲੋਂ ਠੀਕ ਹੈ। ਪਰ ਜਿਵੇਂ ਹੀ ਅਤੁਲ ਠੀਕ ਹੋ ਗਿਆ, ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋ ਗਿਆ ਕਿ ਉਹ ਮੈਨੂੰ ਨਫ਼ਰਤ ਕਰਨ ਲੱਗੀ। ਮੇਰੇ ਪਤੀ ਅਤੁਲ ਨੂੰ ਮੇਰੇ ਖਿਲਾਫ ਭੜਕਾਉਣ ਲੱਗੀ। ਇਹਨਾਂ ਮਾੜੇ ਹਾਲਾਤਾਂ ਵਿੱਚ ਵੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਅਤੇ ਮੇਰੀ ਮਾਂ ਦੀ ਸਿਹਤ ਬਹੁਤ ਖਰਾਬ ਹੋ ਗਈ। ਮੇਰੇ ਸਹੁਰਿਆਂ ਨੇ ਮੇਰੀ ਮਾਂ ਦੇ ਇਲਾਜ ਵਿੱਚ ਮੇਰਾ ਸਾਥ ਨਹੀਂ ਦਿੱਤਾ ਅਤੇ ਅਚਾਨਕ ਮੇਰੀ ਮਾਂ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ। ਹੁਣ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ। ਸਹੁਰੇ ਘਰ ਰਹਿਣ ਲਈ ਮੇਰੇ ਕੋਲ ਥਾਂ ਤਾਂ ਸੀ, ਪਰ ਮੇਰੇ ਕੋਲ ਆਪਣਾ ਕੋਈ ਨਹੀਂ ਸੀ। ਮੇਰੀ ਮਾਂ ਦੇ ਦੇਹਾਂਤ ਤੋਂ ਬਾਅਦ ਮੇਰੇ ਤੇ ਮੇਰੀ ਸੱਸ ਦਾ ਜ਼ੁਲਮ ਹੋਰ ਵੱਧ ਗਿਆ। ਉਹ ਮੇਰੇ ਪਤੀ ਅਤੁਲ ਨੂੰ ਕਹਿ ਕੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਂਦੀ ਸੀ। ਅਤੁਲ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਿਆ ਸੀ, ਪਰ ਉਹ ਆਪਣੀ ਮਾਂ ਦੇ ਹੱਥਾਂ ਦਾ ਖਿਡੌਣਾ ਬਣ ਗਿਆ ਸੀ। ਜਿਵੇਂ ਉਸ ਦੀ ਮਾਂ ਕਹੇਗੀ, ਉਹ ਉਸ ਦੀਆਂ ਹਦਾਇਤਾਂ ਦੀ ਪਾਲਣਾ ਕਰੇਗਾ। ਅਸੀਂ ਪਤੀ ਪਤਨੀ ਇੱਕ ਅਜੀਬ ਰਿਸ਼ਤੇ ਵਿੱਚ ਜੁੜੇ ਹੋਏ ਸੀ। ਭਾਵੇਂ ਅਸੀਂ ਇਕੱਠੇ ਸੀ, ਅਸੀਂ ਇੱਕ ਦੂਜੇ ਦੇ ਨਾਲ ਨਹੀਂ ਸੀ। ਸਾਡਾ ਰਿਸ਼ਤਾ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਸੀ ਕਿ ਇੱਕ ਦਿਨ ਮੇਰੀ ਕਿਸਮਤ ਨੇ ਨਵਾਂ ਮੋੜ ਲੈ ਲਿਆ। ਅਚਾਨਕ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ, ਪਰ ਮਾਂ ਬਣਨ ਦੀ ਖਬਰ ਸੁਣ ਕੇ ਬਿਲਕੁਲ ਵੀ ਖੁਸ਼ੀ ਨਹੀਂ ਹੋਈ, ਕਿਉਂਕਿ ਮੇਰੇ ਅਤੇ ਅਤੁਲ ਵਿਚਲੀ ਦਰਾਰ ਸਾਡੇ ਆਉਣ ਵਾਲੇ ਬੱਚਿਆਂ ਲਈ ਚੰਗੀ ਨਹੀਂ ਸੀ। ਮੇਰੇ ਮਨ ਵਿੱਚ ਇਹ ਡਰ ਸੀ ਕਿ ਪਤਾ ਨਹੀਂ ਅਤੁਲ ਇੱਕ ਚੰਗਾ ਪਿਤਾ ਬਣ ਸਕੇਗਾ ਜਾਂ ਨਹੀਂ। ਜਿਹੜਾ ਵਿਅਕਤੀ ਚੰਗਾ ਪਤੀ ਨਹੀਂ ਬਣ ਸਕਿਆ, ਉਹ ਚੰਗਾ ਪਿਤਾ ਕਿਵੇਂ ਬਣ ਸਕਦਾ ਹੈ? ਇਸ ਡਰ ਕਾਰਨ ਮੈਂ ਆਪਣੇ ਬੱਚਿਆਂ ਨੂੰ ਇਸ ਦੁਨੀਆ ਵਿੱਚ ਲਿਆਉਣਾ ਤੋਂ ਡਰਦੀ ਸੀ। ਮੈਂ ਆਪਣੇ ਇਲਾਕੇ ਦੀ ਇੱਕ ਔਰਤ ਨਾਲ ਗੱਲ ਕੀਤੀ ਜੋ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਉਹ ਮੇਰੀ ਮਦਦ ਕਰਨ ਲਈ ਤਿਆਰ ਹੋ ਗਈ, ਪਰ ਹਸਪਤਾਲ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ
ਲੱਗਾ ਕਿ ਮੈਂ ਗਰਭਪਾਤ ਨਹੀਂ ਕਰਵਾ ਸਕਦੀ। ਜੇਕਰ ਅਸੀਂ ਇਸ ਬੱਚੇ ਨੂੰ ਗਰਭਪਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ। ਮੈਂ ਉਦਾਸ ਚਿਹਰੇ ਨਾਲ ਘਰ ਪਰਤ ਆਈ। ਉਹ 9 ਮਹੀਨੇ ਮੇਰੇ ਲਈ 9 ਸਾਲਾਂ ਵਰਗੇ ਸਨ। ਕਿਸੇ ਤਰ੍ਹਾਂ ਇਹ 9 ਮਹੀਨੇ ਬੀਤ ਗਏ ਅਤੇ ਮੈਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇੱਕ ਪੁੱਤਰ ਤੇ ਇੱਕ ਧੀ ਸੀ। ਮੈਂ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਬੱਚਿਆਂ ਨੂੰ ਦੇਖ ਕੇ ਮੈਨੂੰ ਮੋਹ ਆਉਣ ਲੱਗਾ ਅਤੇ ਮੈਂ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ। ਬੱਚਿਆਂ ਦੇ ਜਨਮ ਤੋਂ ਬਾਅਦ ਅਤੁਲ ਅਤੇ ਮੇਰੀ ਸੱਸ ਦਾ ਰਵੱਈਆ ਪਹਿਲਾਂ ਨਾਲੋਂ ਕੁਝ ਠੀਕ ਹੋ ਗਿਆ ਸੀ। ਉਹਨਾਂ ਦੋਵਾਂ ਨੇ ਮੈਨੂੰ ਕਦੇ ਨਹੀਂ ਪੁੱਛਿਆ ਸੀ, ਪਰ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਇਹ ਮੇਰੇ ਵਰਗੀ ਬਦਕਿਸਮਤ ਲਈ ਕਾਫੀ ਸੀ। ਹੌਲੀ ਹੌਲੀ ਮੇਰੇ ਦਿਨ ਇਸ ਤਰ੍ਹਾਂ ਲੰਘਣ ਲੱਗੇ ਅਤੇ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ ਜਦੋਂ ਮੇਰੇ ਬੱਚਿਆਂ ਨੇ ਮੈਨੂੰ ਮਾਂ ਕਹਿ ਕੇ ਬੁਲਾਇਆ। ਇਸ ਗੱਲ ਨੂੰ ਸਿਰਫ ਉਹੀ ਲੋਕ ਸਮਝਣਗੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ। ਇੱਕ ਦਿਨ ਮੇਰੀ ਸੱਸ ਅਤੇ ਮੇਰਾ ਪਤੀ ਅਤੁਲ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ, ਪਰ ਵਾਪਸ ਆਉਂਦੇ ਸਮੇਂ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਮੈਂ ਪੂਰੀ ਤਰ੍ਹਾਂ ਟੁੱਟ ਗਈ। ਮੇਰੇ ਲਈ ਉਹ ਦੋਵੇਂ ਕਿਵੇਂ ਵੀ ਸਨ, ਪਰ ਉਹੀ ਲੋਕ ਮੇਰੇ ਬੱਚਿਆਂ ਦਾ ਸਹਾਰਾ ਸਨ। ਮੈਂ ਇਹ ਸਭ ਸੋਚਦਿਆਂ ਸਾਰੀ ਰਾਤ ਸੌਂ ਨਹੀਂ ਸਕੀ ਕਿ ਹੁਣ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ। ਸਾਡੇ ਕੋਲ ਜੋ ਥੋੜੀ ਜਿਹੀ ਬਚਤ ਸੀ ਉਹ ਕੁਝ ਦਿਨ ਚੱਲੀ ਅਤੇ ਫਿਰ ਹੌਲੀ ਹੌਲੀ ਸਾਡੇ ਘਰ ਖਾਣਾ ਖਤਮ ਹੋਣ ਲੱਗਾ। ਇੱਕ ਮਾਂ ਆਪਣੇ ਆਪ ਨੂੰ ਭੁੱਖਾ ਰੱਖ ਸਕਦੀ ਹੈ, ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰੱਖ ਸਕਦੀ। ਮੈਂ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਆਂਢ ਗੁਆਂਢ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਜਦੋਂ ਇਕੱਲੀ ਔਰਤ ਦਾ ਕੋਈ ਸਹਾਰਾ ਨਹੀਂ ਹੁੰਦਾ ਤਾਂ ਲੋਕ ਉਸ ਦਾ ਅਪਮਾਨ ਕਰਨ ਤੇ ਤੁਲ ਜਾਂਦੇ ਹਨ। ਜਦੋਂ ਮੈਂ ਕੰਮ ਕਰਨ ਲਈ ਲੋਕਾਂ ਦੇ ਘਰ ਜਾਂਦੀ ਸੀ ਤਾਂ ਉਹਨਾਂ ਦੇ ਘਰ ਦੇ ਬੰਦੇ ਮੈਨੂੰ ਬੁਰੀ ਨਜ਼ਰ ਨਾਲ ਦੇਖਦੇ ਸਨ। ਇੱਕ ਦਿਨ ਮੈਂ ਇੰਜ ਹੀ ਘੁੰਮ ਰਹੀ ਸੀ ਕਿ ਮੈਨੂੰ ਪਤਾ ਲੱਗਾ ਕਿ ਇੱਕ ਆਦਮੀ ਨੂੰ ਇੱਕ ਡਰਾਈਵਰ ਦੀ ਲੋੜ ਹੈ। ਮੈਂ ਉਨੀ ਦਿਨੀ ਗੱਡੀ ਚਲਾਉਣਾ ਸਿੱਖ ਲਈ ਸੀ ਜਦੋਂ ਮੈਨੂੰ ਅਗਵਾ ਕੀਤਾ ਗਿਆ ਸੀ, ਤਾਂ ਉਹ ਅਗਵਾਕਾਰ ਸਾਨੂੰ ਟ੍ਰੇਨਿੰਗ ਦਿੰਦੇ ਸਨ ਤਾਂ ਜੋ ਸਮਾਂ ਆਉਣ ਤੇ ਅਸੀਂ ਗੱਡੀ ਚਲਾ ਕੇ ਭੱਜ ਸਕੀਏ। ਪਰ ਫਿਰ ਸਮੱਸਿਆ ਇਹ ਸੀ ਕਿ ਮੈਨੂੰ ਇੱਕ ਆਦਮੀ ਦੀ ਕਾਰ ਚਲਾਉਣੀ ਪੈਣੀ ਸੀ। ਇਸੇ ਲਈ ਮੈਂ ਆਪਣਾ ਰੂਪ ਬਦਲ ਲਿਆ ਅਤੇ ਇੱਕ ਆਦਮੀ ਦਾ ਪਹਿਰਾਵਾ ਪਹਿਨ ਲਿਆ। ਕੋਈ ਵੀ ਮੈਨੂੰ ਦੇਖ ਕੇ ਸੋਚੇਗਾ ਕਿ ਮੈਂ ਆਦਮੀ ਹੀ ਹਾਂ ਅਤੇ ਮੈਂ ਉਸ ਆਦਮੀ ਦੀ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਜਨਾਬ ਬਹੁਤ ਚੰਗੇ ਸਨ। ਉਹ ਆਪਣੇ ਮਨ ਦੀ ਹਰ ਗੱਲ ਮੇਰੇ ਨਾਲ ਸਾਂਝੀ ਕਰਦੇ ਸਨ। ਹੌਲੀ ਹੌਲੀ ਸਾਹਿਬ ਅਤੇ ਮੇਰੇ ਵਿਚਕਾਰ ਡੂੰਘੀ ਦੋਸਤੀ ਹੋ ਗਈ। ਗੱਡੀ ਚਲਾਉਂਦੇ ਸਮੇਂ ਮੇਰਾ ਸਫ਼ਰ ਵਧੀਆ ਲੰਘ ਜਾਂਦਾ। ਇੱਕ ਦਿਨ ਮੈਂ ਨਿੱਕੀ ਜਿਹੀ ਗੱਲ ਉਹਨੂੰ ਪੁੱਛੀ, ਤੁਸੀਂ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ? ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਕੁੜੀ ਨੂੰ ਦੇਖਿਆ ਸੀ ਅਤੇ ਉਸੇ ਵੇਲੇ ਉਸ ਨਾਲ ਪਿਆਰ ਹੋ ਗਿਆ, ਪਰ ਜ਼ਿੰਦਗੀ ਨੇ ਮੈਨੂੰ ਅਜਿਹਾ ਸਮਾਂ ਦਿਖਾਇਆ ਕਿ ਮੈਂ ਉਸ ਨੂੰ ਲੱਭ ਨਹੀਂ ਸਕਿਆ। ਉਹ ਕੁੜੀ ਆਪਣੀ ਜ਼ਿੰਦਗੀ ਦੇ ਝਮੇਲਿਆਂ ਵਿੱਚ ਕਿਤੇ ਗੁੰਮ ਹੋ ਗਈ। ਉਹ ਵਿਚਾਰੀ ਕਿਸਮਤ ਦੀ ਮਾਰੀ ਸੀ, ਪਤਾ ਨਹੀਂ ਉਹ ਕਿਸ ਹਾਲਤ ਵਿੱਚ ਹੋਵੇਗੀ। ਸਾਹਬ ਨੇ ਕਿਹਾ ਕਿ ਕੱਲ ਨੂੰ ਉਹ ਮੈਨੂੰ ਕੁੜੀ ਦੀ ਤਸਵੀਰ ਦਿਖਾਵੇਗਾ। ਹੁਣ ਮੈਨੂੰ ਅਗਲੇ ਦਿਨ ਦੀ ਉਡੀਕ ਸੀ ਅਤੇ ਉਸ ਕੁੜੀ ਦੀ ਕਿਸਮਤ ਬਾਰੇ ਵੀ ਸੋਚ ਰਹੀ ਸੀ ਕਿ ਉਸ ਦੀ ਕਿਸਮਤ ਬਹੁਤ ਚੰਗੀ ਹੈ, ਕਿਉਂਕਿ ਕੋਈ ਉਸ ਨੂੰ 7 ਸਾਲਾਂ ਤੋਂ ਪਿਆਰ ਕਰਦਾ ਸੀ ਅਤੇ ਉਸ ਦੀ ਯਾਦ ਵਿੱਚ ਉਸਨੇ ਅਜੇ ਵਿਆਹ ਨਹੀਂ ਕਰਵਾਇਆ ਸੀ। ਅਗਲੇ ਦਿਨ ਜਦੋਂ ਮੈਂ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਸਾਹਬ ਨੂੰ ਲੈਣ ਗਈ ਤਾਂ ਉਹ ਕਾਰ ਵਿੱਚ ਬੈਠਾ ਤਾਂ ਮੈਂ ਕੁਝ ਦੂਰ ਜਾ ਕੇ ਉਸ ਨੂੰ ਕਿਹਾ, ਮੈਨੂੰ ਉਸ ਕੁੜੀ ਦੀ ਤਸਵੀਰ ਦਿਖਾਓ। ਆਖਰਕਾਰ ਉਹ ਖੁਸ਼ਕਿਸਮਤ ਕੌਣ ਹੈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ? ਜਦੋਂ ਉਸ ਨੇ ਕੁੜੀ ਦੀ ਤਸਵੀਰ ਕੱਢ ਕੇ ਮੈਨੂੰ ਦਿਖਾਈ ਤਾਂ ਤਸਵੀਰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਵਿਅਕਤੀ ਮੈਨੂੰ ਮੇਰੀ ਤਸਵੀਰ ਦਿਖਾ ਰਿਹਾ ਸੀ। ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਮੈਨੂੰ ਅਗਵਾ ਕੀਤਾ ਗਿਆ ਸੀ। ਪਤਾ ਨਹੀਂ ਇਹ ਤਸਵੀਰ ਕਿਵੇਂ ਲਈ ਗਈ ਸੀ। ਬ੍ਰੇਕ ਲੱਗਣ ਕਾਰਨ ਗੱਡੀ ਅਚਾਨਕ ਰੁਕ ਗਈ। ਸਾਹਬ ਨੇ ਮੈਨੂੰ ਕਿਹਾ, ਧਿਆਨ ਨਾਲ ਗੱਡੀ ਚਲਾਓ। ਉਸ ਨੂੰ ਕੀ ਪਤਾ ਸੀ ਕਿ ਮੈਂ ਕਿਸ ਧਿਆਨ ਵਿੱਚ ਸੀ। ਉਸ ਨੇ ਮੈਨੂੰ ਦੱਸਿਆ ਕਿ 7 ਸਾਲ ਪਹਿਲਾਂ ਉਹ ਇੱਕ ਗੈਂਗ ਦਾ ਹਿੱਸਾ ਸੀ। ਉਸ ਦਾ ਪਿਛਲਾ ਰਿਕਾਰਡ ਇੱਕ ਅਪਰਾਧੀ ਦਾ ਸੀ, ਪਰ ਫਿਰ ਇੱਕ ਦਿਨ ਉਸਨੇ ਇੱਕ ਚਿਹਰਾ ਦੇਖਿਆ ਜਿਸ ਨੂੰ ਦੇਖ ਕੇ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਇਸ ਦਲਦਲ ਚੋਂ ਨਿਕਲੇਗਾ ਅਤੇ ਮਾਸੂਮ ਬੱਚੀ ਨੂੰ ਵੀ ਬਾਹਰ ਕੱਢੇਗਾ। ਉਸ ਨੇ ਦੱਸਿਆ ਕਿ ਮੈਂ ਉੱਥੇ ਮੌਜੂਦ ਲੋਕਾਂ ਨੂੰ ਨਸ਼ੇ ਦਾ ਆਦੀ ਬਣਾ ਦਿੰਦਾ ਸੀ
ਪਰ ਜਦੋਂ ਤੋਂ ਮੈਂ ਉਸ ਕੁੜੀ ਨੂੰ ਦੇਖਿਆ ਸੀ ਉਸ ਦੇ ਪਿਆਰ ਵਿੱਚ ਗੁਆਚ ਗਿਆ ਸੀ ਅਤੇ ਮੈਂ ਇਸ ਗਲਤ ਕੰਮ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਇਸ ਲਈ ਮੈਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਰ ਮੈਂ ਪੁਲਿਸ ਦਾ ਸਰਕਾਰੀ ਗਵਾਹ ਬਣ ਗਿਆ। ਜਦੋਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਉੱਥੇ ਮੌਜੂਦ ਸਾਰੇ ਲੋਕ ਫਰਾਰ ਹੋ ਚੁੱਕੇ ਸਨ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਕੁੜੀ ਨੂੰ ਗਵਾ ਦਿੱਤਾ ਸੀ। ਫਿਰ ਮੈਨੂੰ ਯਾਦ ਆਇਆ ਕਿ ਉਸਨੇ ਇੱਕ ਵਾਰ ਆਪਣੇ ਘਰ ਦਾ ਪਤਾ ਵੀ ਦਿੱਤਾ ਸੀ। ਜਦੋਂ ਮੈਂ ਪੁੱਛਗਿੱਛ ਕਰਦਾ ਉੱਥੇ ਪਹੁੰਚਿਆ ਤਾਂ ਮੈਨੂੰ ਲੋਕਾਂ ਤੋਂ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਉਸ ਦੇ ਵਿਛੋੜੇ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਲੜਕੀ ਉਤੇ ਉਸ ਦੀ ਮਾਂ ਨੂੰ ਸਮਾਜ ਵਿੱਚੋਂ ਕੱਢਣ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਲੜਕੀ ਅਤੇ ਉਸ ਦੀ ਮਾਂ ਪਿੰਡ ਛੱਡ ਕੇ ਕਿਧਰੇ ਚਲੇ ਗਏ। ਮੈਂ ਚੰਗੀ ਪੜ੍ਹਾਈ ਕੀਤੀ ਸੀ ਪਰ ਗਲਤ ਸੰਗਤ ਕਾਰਨ ਮੈਂ ਅਪਰਾਧੀ ਬਣ ਗਿਆ। ਨਾਲ ਹੀ ਆਪਣੇ ਸਾਹਬ ਦੀਆਂ ਗੱਲਾਂ ਸੁਣ ਕੇ ਮੈਂ ਚੰਗੀ ਪੜ੍ਹਾਈ ਕੀਤੀ ਸੀ ਪਰ ਗਲਤ ਸੰਗਤ ਕਾਰਨ ਮੈਂ ਅਪਰਾਧੀ ਬਣ ਗਈ। ਨਾਲ ਹੀ ਸਾਹਬ ਦੀਆਂ ਗੱਲਾਂ ਸੁਣ ਕੇ ਮੈਂ ਉਸ ਨੂੰ ਸੱਚ ਕਿਹਾ ਕਿ ਮੈਂ ਉਹੀ ਕੁੜੀ ਹਾਂ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਪਰ ਮੈਂ ਲੋਕਾਂ ਦੇ ਧਿਆਨ ਤੋਂ ਬਚਣ ਲਈ ਆਪਣਾ ਰੂਪ ਬਦਲ ਲਿਆ ਹੈ ਅਤੇ ਮੈਂ ਇੱਕ ਆਦਮੀ ਦੇ ਰੂਪ ਵਿੱਚ ਰਹਿਣ ਲੱਗ ਪਈ ਹਾਂ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਸ਼ਾਲਨੀ ਹਾਂ, ਇਸ ਲਈ ਉਹ ਮੈਨੂੰ ਆਪਣੇ ਸਾਹਮਣੇ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਮੈਨੂੰ ਜੱਫੀ ਪਾ ਲਈ। ਮੈਂ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਮੇਰੇ ਉੱਤੇ ਬੀਤਿਆ ਸੀ। ਰੌਣਕ ਨੇ ਮੈਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਤੇਰੇ ਜੀਵਨ ਦੇ ਸਾਰੇ ਦੁੱਖ ਦੂਰ ਕਰਾਂਗਾ ਅਤੇ ਤੇਰੇ ਬੱਚਿਆਂ ਨੂੰ ਗੋਦ ਲਵਾਂਗਾ। ਰੌਣਕ ਨੇ ਦੱਸਿਆ, ਜਦੋਂ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਤੈਨੂੰ ਵੇਖ ਕੇ ਮੈਂ ਇਸ ਭੈੜੀ ਸੰਗਤ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦਾ ਸੀ, ਪਰ ਤੂੰ ਵੀ ਮੇਰੇ ਤੋਂ ਵਿਛੜ ਗਈ। ਫਿਰ ਮੈਂ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ। ਪੜ੍ਹਾਈ ਕਰਕੇ ਮੈਨੂੰ ਚੰਗੀ ਨੌਕਰੀ ਮਿਲੀ ਅਤੇ ਮੈਂ ਉਹ ਕੰਮ ਪੂਰੀ ਲਗਨ ਨਾਲ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੇਰੇ ਮਨ ਵਿੱਚ ਇਹ ਵਿਸ਼ਵਾਸ ਸੀ ਕਿ ਇੱਕ ਦਿਨ ਤੁਸੀਂ ਮੈਨੂੰ ਜ਼ਰੂਰ ਮਿਲੋਗੇ। ਪਿਆਰ ਸੱਚਾ ਹੋਵੇ ਤਾਂ ਇੱਕ ਦਿਨ ਜ਼ਰੂਰ ਮਿਲਦਾ ਹੈ ਅਤੇ ਅੱਜ ਤੁਸੀਂ ਮੇਰੇ ਸਾਹਮਣੇ ਬੈਠੇ ਹੋ। ਰੌਣਕ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ, ਕਿਉਂਕਿ ਮੈਨੂੰ ਸੱਚਾ ਜੀਵਨ ਸਾਥੀ ਮਿਲ ਗਿਆ ਸੀ। ਮੈਂ ਉਸ ਨੂੰ ਆਪਣੇ ਬੱਚਿਆਂ ਨਾਲ ਮਿਲਾਇਆ। ਕੁਝ ਦਿਨਾਂ ਬਾਅਦ ਰੌਣਕ ਨੇ ਮੇਰੇ ਨਾਲ ਵਿਆਹ ਕਰ ਲਿਆ। ਜ਼ਿੰਦਗੀ ਵਿੱਚ ਬਹੁਤ ਦੁੱਖ ਝੱਲੇ ਸਨ। ਰੌਣਕ ਨੇ ਆ ਕੇ ਦਿਲ ਖੁਸ਼ੀਆਂ ਨਾਲ ਭਰ ਦਿੱਤਾ। ਵੀਡੀਓ ਕਿਵੇਂ ਲੱਗੀ ਦੋਸਤੋ, ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਹਾਂ, ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।